मेरा ਵੱਡਾ ਬੇਟਾ ਉਹਦਾ ਨਾਮ ਨਵੀਦ ਆਸਫ ਆ। ਇੱਕ ਦਫਾ ਉਹਨੇ ਮੈਨੂੰ ਕਿਹਾ ਅਬੂ ਮੈਂ ਕਲੀਨਿਕ ਬਣਾਉਣਾ। ਮੇਰਾ ਲਾਇਸੈਂਸ ਕਿਸੇ ਹੋਰ ਜਗ੍ਹਾ 'ਤੇ ਦਿੱਤਾ ਸੀ, ਲਾਇਸੈਂਸ ਅਜੇ ਫਾਰਗ ਨਹੀਂ ਸੀ। ਉਹਨੇ ਇੱਕ ਜਗ੍ਹਾ 'ਤੇ ਜਾ ਕੇ ਕਲੀਨਿਕ ਬਣਾ ਲਿਆ। ਚਲੋ ਤਜਰਬਾ ਕਰਦੇ ਹਾਂ ਕੋਈ ਕੰਮ ਚੱਲਦਾ ਕਿ ਨਹੀਂ ਚੱਲਦਾ, ਲਾਇਸੈਂਸ ਵੀ ਲੈ ਲਾਂਗੇ ਉੱਧਰੋਂ। ਦੂਸਰੇ ਤੀਸਰੇ ਦਿਨ ਹੀ ਚੰਦ ਦਿਨਾਂ ਬਾਅਦ ਹੀ DHO ਆ ਗਿਆ। DHO ਨੇ ਆ ਕੇ ਦੁਕਾਨ ਸੀਲ ਕਰ ਦਿੱਤੀ। ਜਦੋਂ ਦੁਕਾਨ ਸੀਲ ਕਰ ਦਿੱਤੀ, ਦੁਕਾਨ ਕਿਰਾਏ 'ਤੇ ਲਈ ਸੀ। ਅਗਲੀ ਗੱਲ ਦਾ ਸਾਨੂੰ ਵੀ ਨਹੀਂ ਸੀ ਪਤਾ ਵੀ ਕੀ ਹੋਣਾ। ਦੁਕਾਨ ਉਹ ਸੀਲ ਕਰਕੇ ਚਲ ਗਿਆ। ਅਸੀਂ ਦੁਕਾਨ ਵਾਲੇ ਨੂੰ ਉਹਦੇ ਪੈਸੇ ਵਾਪਸ ਖੋਲ੍ਹ ਕੇ ਆਪਣੇ ਜਿਹੜਾ ਟੇਬਲ ਸ਼ੇਬਲ ਸੀ ਜਾਂ ਥੋੜ੍ਹਾ ਬਹੁਤ ਕੋਈ ਦਵਾਈ ਸ਼ੋਈ ਪਈ ਸੀ ਉਹ ਚੱਕ ਲਈ। ਅਸੀਂ ਦੁਕਾਨ ਉਹ ਹੋਰ ਕਿਸੇ ਨੂੰ ਉਹਨੇ ਕਰਿਆਨੇ ਵਾਲੇ ਦੇ ਦਿੱਤੀ ਜਾਂ ਕਿਸੇ ਨੂੰ ਹੋਰ ਨੂੰ ਦੇ ਦਿੱਤੀ ਦੁਕਾਨ। ਅਸੀਂ ਆਪਣੇ ਘਰ ਰਹਿਣ ਲੱਗ ਪਏ। ਸਾਨੂੰ ਕੋਈ ਪਤਾ ਨਹੀਂ ਵੀ ਕੀ ਹੋਇਆ। ਉਸ DHO ਨੇ ਪਰਚਾ ਕਰਾਤਾ ਸੀ ਸਾਡੇ 'ਤੇ, ਥਾਣੇ ਵਿੱਚ ਪਰਚਾ ਦਰਜ ਕਰਾਤਾ ਸੀ। ਸਾਡੇ ਇਲਮ 'ਚ ਨਹੀਂ ਵੀ ਸਾਡੇ ਪਰਚਾ ਹੋਇਆ। ਅਸੀਂ ਸਮਝਿਆ ਵੀ ਦੁਕਾਨ ਅਸੀਂ ਚੱਕ ਦਿੱਤੀ, ਸਾਡਾ ਕੰਮ ਖਤਮ ਹੋ ਗਿਆ। ਇਸ ਗੱਲ ਨੂੰ 5 ਸਾਲ ਲੰਘ ਗਏ। ਸਾਡੇ ਨਹੀਂ ਇਲਮ 'ਚ ਆਈ ਗੱਲ, ਉਹ ਇਸ ਵਜ੍ਹਾ ਤੋਂ ਨਹੀਂ ਆਈ ਕਿ ਅਸੀਂ ਥਾਣੇ ਕਚਹਿਰੀ ਤੋਂ ਵਾਕਿਫ ਹੀ ਨਹੀਂ ਸੀ। ਅਸੀਂ ਕਦੀ ਜ਼ਿੰਦਗੀ 'ਚ ਨਾ ਮੈਂ, ਨਾ ਮੇਰਾ ਬਾਪ, ਨਾ ਮੇਰਾ ਦਾਦਾ, ਨਾ ਮੇਰਾ ਤਾਇਆ, ਨਾ ਚਾਚਾ, ਅੱਜ ਤੱਕ ਥਾਣੇ ਕਚਹਿਰੀ ਦੇ ਨਾਲ ਕੋਈ ਵਾਹ ਹੀ ਨਹੀਂ, ਤੇ ਨਾ ਸਾਨੂੰ ਇਹੋ ਜਿਹੇ ਮਾਮਲਿਆਂ ਦਾ ਅੱਜ ਤੱਕ ਪਤਾ ਹੀ ਸੀ। ਹਾਲੇ ਤੱਕ ਵੀ ਨਹੀਂ ਪਤਾ। ਮੇਰੀ ਔਲਾਦ ਨੂੰ ਕਿਸੇ ਨੂੰ ਵੀ ਨਹੀਂ ਥਾਣੇ ਨਾਲ ਵਾਹ ਹੀ ਨਹੀਂ ਗਾ। ਹਾਲਾਂਕਿ ਜਟਕੇ ਲੋਕ ਜਿਹੜੇ ਉਸ ਗੱਲ ਨੂੰ ਸਮਝ ਜਾਂਦੇ ਆ, ਲੋਕਲ ਲੋਕ ਜਿਹੜੇ ਨਾ ਇੱਥੋਂ ਦੇ ਪਾਕਿਸਤਾਨ 'ਚ ਪਹਿਲੇ ਤੇ ਮੌਜੂਦ ਸੀ, ਉਹ ਇਸ ਗੱਲ ਨੂੰ, ਉਹਨਾਂ ਦੀਆਂ ਔਰਤਾਂ ਵੀ ਬੜੀਆਂ ਕਾਰੀਗਰ ਆ ਕਿ ਪੁਲਿਸ ਨੂੰ ਗੱਲ ਹੀ ਨਹੀਂ, ਬੰਦਾ ਉਹਨਾਂ ਦੇ ਘਰ ਹੀ ਨਹੀਂ ਵੜ ਸਕਦਾ। 5 ਸਾਲ ਗੁਜ਼ਰ ਗਏ ਤੇ ਨਵੀਦ ਆਸਫ ਵੋਟ ਪਾਉਣ ਗਿਆ ਸੈਂਟਰ 'ਤੇ, ਜਿੱਥੇ ਇਲੈਕਸ਼ਨ ਦੀ ਵੋਟ ਪੈ ਰਿਹਾ ਸੀ। ਉੱਥੇ ਇੱਕ ਪੁਲਿਸ ਵਾਲਾ ਉਹਨੂੰ ਬੜੀ ਗੌਰ ਨਾਲ ਦੇਖ ਰਿਹਾ। ਉਹਨੇ ਕਿਤੇ ਉਹਦੀ ਤਸਵੀਰ ਦੇਖੀ ਹੋਊਗੀ ਥਾਣੇ 'ਚ ਲੱਗੀ, ਜਾਂ ਉਹਦੀ ਇਸ਼ਤਿਹਾਰੀ ਹੋ ਗਿਆ ਹੋਊਗਾ। ਸਾਨੂੰ ਨਹੀਂ ਪਤਾ ਸੀ ਇਸ਼ਤਿਹਾਰੀ ਕੀ ਹੁੰਦਾ ਜਾਂ ਕੀ, ਸਾਨੂੰ ਪਤਾ ਹੀ ਨਹੀਂ ਵੀ ਸਾਡੇ ਖਿਲਾਫ ਪਰਚਾ ਵੀ ਹੋਇਆ ਕਿ ਨਹੀਂ ਹੋਇਆ। ਨਵੀਦ ਆਸਫ ਕਹਿੰਦਾ ਪਤਾ ਨਹੀਂ, ਮੈਨੂੰ ਬੜੀ ਗੌਰ ਨਾਲ ਦੇਖਦਾ ਪਿਆ ਸੀ। ਉਹ ਦੂਸਰੇ ਦਿਨ ਜਦੋਂ ਇਲੈਕਸ਼ਨ ਮੁੱਕਿਆ, ਦੂਸਰੇ ਤੀਸਰੇ ਦਿਨ ਕੋਈ ਨਾ ਪੁਲਿਸ ਵਾਲੇ ਆ ਕੇ ਮੇਰੇ ਬੇਟੇ ਨੂੰ ਪਕੜ ਕੇ ਲੈ ਗਏ। ਮੈਨੂੰ ਸਕੂਲੇ ਇਤਲਾਹ ਮਿਲੀ, ਮੈਂ ਸਕੂਲ ਸੀ, ਉੱਥੇ ਮੇਰੇ ਇੰਤਹਾਈ ਪਿਆਰੇ ਦੋਸਤ ਟੀਚਰ ਇਫਤਖਾਰ ਅਹਿਮਦ ਪਰਾਚਾ ਸਾਹਿਬ, ਉਹਨਾਂ ਨੂੰ ਮੈਂ ਆਖਿਆ ਵੀ ਇਸ ਤਰ੍ਹਾਂ ਬੇਟੇ ਨੂੰ ਪਕੜ ਕੇ ਲੈ ਗਏ। ਕਹਿੰਦੇ ਕੋਈ ਨਹੀਂ। ਉਹਨਾਂ ਦੇ ਦੋਸਤੀ ਨਾਲ ਵਹੀਦ ਔਰਾ ਸਾਹਿਬ, ਉਹਨਾਂ ਨੇ ਉਹਨਾਂ ਨੂੰ ਕਾਲ ਕੀਤੀ। ਅਸੀਂ ਫਟਾਫਟ ਗਏ, ਥਾਣੇ ਗਏ। ਥਾਣੇ ਕਹਿੰਦੇ ਇਹ ਤਾਂ ਬੰਦਾ ਨਹੀਂ ਆਇਆ, ਉਹਨਾਂ ਨੇ ਕਿਤੇ ਬਾਹਰ ਹੀ ਰੱਖਿਆ ਸੀ। ਮਤਲਬ ਉਹਦੇ ਤਲਕ ਕਾਫੀ ਸੀ। ਮੁਕਤਸਰ ਗੱਲ ਹੈ ਕਿ ਅਸੀਂ ਬਾਹਰੋਂ ਬਾਹਰ ਬੰਦਾ ਘਰ ਲੈ ਆਂਦਾ, ਲੇਕਿਨ ਪਤਾ ਲੱਗ ਗਿਆ ਸਾਨੂੰ ਕਿ ਤੁਹਾਡੇ ਪਰਚਾ ਹੋਇਆ। ਉਸ ਦਿਨ ਸਾਡੇ ਇਲਮ 'ਚ ਆਈ ਕਿ ਸਾਡੇ ਉੱਤੇ ਪਰਚਾ ਹੋਇਆ। ਤੇ ਦਫਾ ਵੀ ਕੋਈ ਮੈਨੂੰ ਹੁਣ ਪਤਾ ਨਹੀਂ, ਮੈਂ ਜਾਣਦਾ ਨਹੀਂ ਕਿਹੜੀਆਂ ਕਿਹੜੀਆਂ ਦਫਾ ਹੁੰਦੀਆਂ। ਦਫਾ ਐਸੀਆਂ ਲੱਗੀਆਂ ਸੀ ਨਕਾਬਲੇ ਜ਼ਮਾਨਤ ਦਫਾ ਸੀ। ਬੜਾ ਪਰੇਸ਼ਾਨ ਹੋਇਆ। 2-4 ਦਿਨ ਤੋਂ ਬਾਅਦ ਸੈयद ਮੁਹੰਮਦ ਮੰਦੂਰ ਆਸਫ ਤਾਹਿਰ ਬਾਦਸ਼ਾਹ ਜੀ ਚਰਾਹੀ ਪੰਜ ਤਖਤ ਤਸ਼ਰੀਫ ਲਿਆਏ। ਮੈਂ ਫੈਸਲਾਬਾਦ ਸੀ, ਮੈਂ ਵੀ ਪਹੁੰਚ ਗਿਆ। ਉੱਥੇ ਮਹਿਫਲ ਖਤਮ ਹੋਈ, ਸ਼ਾਮ ਨੂੰ ਵਾਪਸ ਜਾਣ ਲੱਗੇ। ਭਾਈ ਮੁਬੀਨ ਨਾਲ ਸੀ, ਭਾਈ ਵਹੀਦ ਵੀ ਨਾਲ ਸੀ। ਉਹਨਾਂ ਨੇ ਮੈਨੂੰ ਵੀ ਪਿੱਛੇ ਗੱਡੀ 'ਚ ਬਿਠਾ ਲਿਆ। ਮੈਂ ਉਹਨਾਂ ਨੂੰ ਵਾਕਿਆ ਦੱਸਿਆ ਵੀ ਇਸ ਤਰ੍ਹਾਂ ਬਾਦਸ਼ਾਹਾਂ 'ਤੇ ਅਰਜ਼ ਕਰਨੀ ਕੋਈ। ਰਸਤੇ ਦੇ ਵਿੱਚ ਨਨਕਾਣੇ ਤੋਂ ਅੱਗੇ ਜਦੋਂ ਗਏ ਆ ਨਾ, ਤੇ ਭਾਈ ਮੁਬੀਨ ਬਾਦਸ਼ਾਹ ਨੂੰ ਅਰਜ਼ ਕਰਦਾ, ਬਾਦਸ਼ਾਹ ਜੀ ਮਾਸਟਰ ਸਾਹਿਬ ਨੇ ਕੁਛ ਗੱਲ ਕਰਨੀ ਤੁਹਾਡੇ ਨਾਲ। ਮੈਂ ਗੱਲ ਦੱਸੀ ਬਾਦਸ਼ਾਹ ਨੂੰ, ਇਸ ਤਰ੍ਹਾਂ ਹਜ਼ੂਰ ਪਰਚਾ ਹੋਇਆ ਵਾ ਤੇ ਨਕਾਬਲੇ ਜ਼ਮਾਨਤ ਆ, ਤੇ ਸਾਨੂੰ ਤਾਂ ਪਤਾ ਹੀ ਨਹੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਹੈ, ਤੇ ਸਾਨੂੰ ਇਸ ਦਵਾ ਹੀ ਨਹੀਂ ਅੱਜ ਤੱਕ ਨਾ ਕਦੀ ਥਾਣੇ ਗਏ ਆ। ਬਾਦਸ਼ਾਹ ਕਹਿੰਦੇ ਕੋਈ ਨਹੀਂ। ਮੈਂ ਸਾਰਾ ਗੱਲਬਾਤ ਪੁੱਛੀ, ਲੇਕਿਨ ਉਹਨਾਂ ਨੇ ਦਵਾ ਨਾ ਕੀਤੀ, ਗੱਲ ਸੁਣ ਲਈ। ਜਦੋਂ ਮਾਨਾ ਵਾਲੇ ਮੋੜ 'ਤੇ ਗਏ ਨਾ, ਮਾਨਾ ਵਾਲੇ ਤੋਂ ਉਹਨਾਂ ਨੂੰ ਸੀ ਆਫ ਕਰ ਦੇਣਾ ਸੀ। ਉਹਨਾਂ ਨੇ ਸ਼ੇਖੂਪੁਰੇ ਨੂੰ ਚਲੇ ਜਾਣਾ ਸੀ, ਅਸੀਂ ਫੈਸਲਾਬਾਦ ਨੂੰ ਚਲੇ ਜਾਣਾ ਸੀ। ਜਦੋਂ ਉਤਰੇ ਆ ਨਾ, ਉੱਥੇ ਮੈਂ ਦੁਬਾਰਾ ਫਿਰ ਅਰਜ਼ ਕੀਤੀ, ਹਜ਼ੂਰ ਦੁਆ ਫਰਮਾ ਦਿਓ। ਤੇ ਬਾਦਸ਼ਾਹ ਜੀ ਨੇ ਇੱਕ ਵਾਰੀ ਪਤਾ ਕੀ ਕਿਹਾ? ਬਾਦਸ਼ਾਹ ਜੀ ਕਹਿੰਦੇ ਜਾ ਪਰਚੇ ਸਾਡੇ ਵਾਸਤੇ ਰੱਖੇ ਆ, ਕੁਛ ਨਹੀਂ ਹੁੰਦਾ। ਇੰਨੀ ਗੱਲ ਹੀ ਫਰਮਾਈ ਹੈ। ਮੈਂ ਕਿਹਾ ਵਾਹ ਬਾਦਸ਼ਾਹ ਜੀ, ਸੁਭਾਨ ਅੱਲਾ। ਅਸੀਂ ਘਰ ਆ ਗਏ। ਘਰ ਆ ਕੇ ਮੇਰੇ ਨਾਲ ਉੱਥੇ ਦੋਸਤ ਟੀਚਰ PTI ਖਾਲਦ ਸਾਹਿਬ ਸੀਗੇ, ਉਹਨਾਂ ਦਾ ਇੱਕ ਦੋਸਤ ਥਾਣੇਦਾਰ ਸੀ ਲੱਗਾ ਹੈ ਉੱਥੇ। ਉਹਦੇ ਵਸਾਤਤ ਦੇ ਨਾਲ FIR ਕਢਾਈ, FIR ਦੀ ਕਾਪੀ ਲਈ। ਕਾਪੀ ਲੈ ਕੇ ਮਲਕ ਮੁਸ਼ਤਾਕ ਸਾਹਿਬ ਸਾਡੇ ਪੰਜ ਚੱਕ ਦੇ, ਉਹ ਵਕੀਲ ਸੀ, ਲਾਇਰ ਸੀ ਉੱਥੇ, ਉਹਨਾਂ ਨਾਲ ਰਾਬਤਾ ਕੀਤਾ ਤੇ ਲੈ ਕੇ ਅਸੀਂ ਨਾ ਅਬੂਰੀ ਜ਼ਮਾਨਤ ਕਰਾਉਣ ਵਾਸਤੇ ਜ਼ਿੰਦਗੀ 'ਚ ਪਹਿਲੀ ਦਫਾ ਅਸੀਂ ਕਚਹਿਰੀਆਂ 'ਚ ਗਏ। ਜ਼ਿੰਦਗੀ 'ਚ ਪਹਿਲੀ ਦਫਾ ਕੁਦਰਤ ਸਾਨੂੰ ਕਚਹਿਰੀਆਂ 'ਚ ਲੈ ਗਈ। ਨਾ ਸਾਨੂੰ ਕਚਹਿਰੀ ਦਾ ਪਤਾ, ਨਾ ਸਾਨੂੰ ਅਦਾਲਤ ਦਾ ਪਤਾ, ਬਿਲਕੁਲ ਨਾ ਵਾਕਫ। ਇੰਨਾ ਪਤਾ ਲੱਗ ਗਿਆ ਕਿ ਜ਼ਮਾਨਤ ਜੇ ਅਗਰ ਕੈਂਸਲ ਹੋ ਜਾਵੇ ਨਾ, ਤੇ ਫਿਰ ਉਸੇ ਵਾਲੇ ਨਾ ਹੱਥਕੜੀ ਲਾ ਕੇ ਤੇ ਲੈ ਜਾਂਦੇ ਆ। ਤੇ ਇਹ ਕਿਸੇ ਨੇ ਸਮਝਾਇਆ ਇਸ ਤਰ੍ਹਾਂ ਹੁੰਦੀ, ਕੈਂਸਲ ਵੀ ਹੋ ਸਕਦੀ ਆ ਤੇ ਮਨਜ਼ੂਰ ਵੀ ਹੋ ਸਕਦੀ ਜ਼ਮਾਨਤ। ਮੈਂ ਛੁੱਟੀ ਲਈ ਸਕੂਲੋਂ। ਡਾਕਟਰ ਨੂਰ ਹਸਨ ਸਾਹਿਬ ਰਿਟਾਇਰ ਹੋ ਗਏ ਹੁਣ,
ਉਹ ਵੀ ਇਸ ਗੱਲ ਨੂੰ ਸੁਣਦੇ ਹੋਣਗੇ। ਉਹਨਾਂ ਨੇ ਵੀ ਉਹਨਾਂ ਸਾਰੇ ਸਕੂਲ ਵਾਲਿਆਂ ਨੂੰ ਦੱਸ ਕੇ ਗਿਆ ਕਿ ਇਸ ਤਰ੍ਹਾਂ ਮੈਂ ਜ਼ਮਾਨਤ ਕਰਾਉਣ ਵਾਸਤੇ ਸੁਬਾਹ ਜਾਣਾ ਤੇ ਮੇਰੀ ਛੁੱਟੀ ਜਿਹੜੀ ਦੇਖ ਉਹਨਾਂ ਨੇ ਛੁੱਟੀ ਦੇ ਦਿੱਤੀ ਮੈਨੂੰ। ਸੁਬਾਹ ਉੱਥੇ ਹਾਜ਼ਰ ਹੋਏ ਆ, ਮਲਕ ਮੁਸ਼ਤਾਕ ਸਾਹਿਬ ਦੇ ਨਾਲ ਜੱਜ ਸਾਹਿਬ ਦੇ ਪੇਸ਼ ਹੋਏ ਆ। ਜੋ ਜੱਜ ਨੂੰ ਦੱਸਿਆ, ਕਹਾਣੀ ਸੁਣਾਈ, ਤੇ ਜੱਜ ਨੇ ਪਤਾ ਕੀ ਕਿਹਾ, ਅਸੀਂ ਅਬੂਰੀ ਜ਼ਮਾਨਤ ਕਰਾਉਣ ਵਾਸਤੇ ਗਏ ਹਾਂ ਤੇ ਜੱਜ ਸਾਹਿਬ ਕਹਿੰਦੇ ਆ ਇਹ ਦਰਖਾਸਤ ਕਾਬਲੇ ਅਮਲ ਹੀ ਨਹੀਂ ਗਈ, ਇਹਨੂੰ ਦਫ਼ਤਰ ਦਾਖਲ ਕਰ ਦਿਓ। ਤੇ ਉਹ ਸਾਨੂੰ ਨਹੀਂ ਸਮਝ ਆਈ ਕੀ ਹੋਇਆ। ਤੇ ਮਲਕ ਸਾਹਿਬ ਜਿਹੜੇ ਸੀ ਨਾ ਉਹ ਵੀ ਬੜੇ ਮਤਲਬ ਕਿ ਸੰਜੀਦਾ ਜਿਹਾ ਸੀ, ਕੋਈ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਨਹੀਂ ਕੀਤਾ। ਤੇ ਨਵੀਦ ਆਸੂ ਨੂੰ ਕੋਈ ਸ਼ੱਕ ਪਈ ਵੀ ਜਿੱਦਾਂ ਨਾ ਬੰਦਾ ਦੂਸਰਾ ਕੋਈ ਇਹਨੂੰ ਕੋਈ ਕਹਿ ਰਿਹਾ ਵੀ ਇਹ ਕੁਝ ਗੱਲ ਬਣ ਗਈ ਆ। ਸਾਨੂੰ ਬਾਹਰ ਆ ਕੇ ਤੇ ਮੈਂ ਮਲਕ ਸਾਹਿਬ ਨੂੰ ਪੁੱਛਿਆ, ਮਲਕ ਸਾਹਿਬ ਕੀ ਹੋਇਆ, ਸਾਨੂੰ ਤੇ ਦੱਸੋ। ਯਾਨੀ ਸਾਨੂੰ ਤਜਰਬਾ ਹੀ ਨਹੀਂ ਸੀ, ਪਹਿਲੀ ਦਫਾ ਜ਼ਿੰਦਗੀ ਦਾ ਵਾਕਿਆ ਸੀ। ਕਹਿੰਦੇ ਬਰੀ ਹੋ ਗਏ ਆਪਾਂ। ਕਹਿੰਦੇ ਮੈਂ ਕਿਹਾ ਮਾਸ਼ਾਅੱਲਾ ਬਰੀ ਹੋ ਗਏ ਹੈ। ਉਹਨੇ ਬੜੀ ਆਰਾਮ ਨਾਲ ਕਹਿਤਾ ਬਰੀ ਹੋ ਗਏ। ਇਹਦੀ ਖੁਸ਼ੀ ਦਾ ਇਜ਼ਹਾਰ ਨਹੀਂ ਕੀਤਾ, ਸੰਜੀਦਗੀ ਸੀ। ਦਰਅਸਲ ਵਜ੍ਹਾ ਇਹ ਸੀ ਕਿ ਉਹ ਮੇਰੇ ਮਾਮੇ ਦੇ ਸ਼ਾਗਿਰਦ ਸੀਗੇ। ਉਹਨਾਂ ਨੇ ਕਿਹੜਾ ਸਾਡੇ ਕੋਲ ਕੋਈ ਮੁਬਾਰਕੀ ਲੈਣੀ ਸੀ ਜਾਂ ਸਾਡੇ ਕੋਲ ਕੋਈ ਫੀਸ ਲੈਣੀ ਸੀ। ਉਹ ਵੈਸੇ ਹੀ ਉਹ ਉਲਟਾ ਸਾਨੂੰ ਕਹਿੰਦੇ ਸੀ ਕਿ ਸਈਦ ਤੂੰ ਹੁਣ ਆਪਣੀ ਬੀਵੀ ਨੂੰ ਵੀ ਬੱਚਿਆਂ ਨੂੰ ਵੀ ਨਾ ਲੈ ਕੇ ਸਾਡੇ ਘਰ ਆਇਓ, ਤੁਹਾਡੀ ਦਾਵਤ ਕਰਾਂਗੇ। ਬਜਾਏ ਇਸ ਦੇ ਕਿ ਯਾਨੀ ਉਸਤਾਦ ਦਾ ਮਕਾਮ ਦੇਖ ਲਓ ਕੀ ਆ ਹੈ, ਬਜਾਏ ਮੇਰੇ ਕੋਲੋਂ ਫੀਸ ਲੈਣ ਦੇ ਮੈਨੂੰ ਕਹਿ ਰਿਹਾ ਕਿ ਤੁਸੀਂ ਹੁਣ ਨਾ ਕਿਸੇ ਦਿਨ ਸਾਡੇ ਘਰ ਆਉਣਾ ਜ਼ਰੂਰ। ਜਦੋਂ ਮੈਂ ਫੋਨ ਕੀਤਾ ਪਹਿਲਾ ਫੋਨ ਉੱਥੋਂ ਮੈਂ ਸਕੂਲ 'ਚ ਕੀਤਾ ਡਾਕਟਰ ਨੂਰ ਹਸਨ ਸਾਹਿਬ ਨੂੰ। ਨੂਰ ਸਾਹਿਬ ਮੈਂ ਕਿਹਾ ਅਸੀਂ ਬਰੀ ਹੋ ਗਏ। ਤੇ ਨੂਰ ਸਾਹਿਬ ਦੇ ਅਲਫਾਜ਼ ਪਤਾ ਕੀ ਸੀ, ਸਈਦ ਤੇਰਾ ਪੀਰ ਬੜਾ ਕਾਮਲ ਆ, ਤੇਰਾ ਪੀਰ ਹੈ ਬੜਾ ਕਾਮਲ ਆ। ਜ਼ਿੰਦਗੀ 'ਚ ਅਸੀਂ ਇਹੋ ਜਿਹੀ ਗੱਲ ਨਹੀਂ ਕਦੀ ਸੁਣੀ ਕਿ ਲੋਕ ਅਬੂਰੀ ਜ਼ਮਾਨਤ ਵਾਸਤੇ ਜਾਣ ਤੇ ਉਹ ਬਰੀ ਹੋ ਕੇ ਘਰ ਆ ਜਾਣ। ਅਸੀਂ ਸਾਰੀ ਜ਼ਿੰਦਗੀ ਕੇਸਾਂ 'ਚ ਗੁਜ਼ਾਰੀ। ਕਹਿੰਦੇ ਸਈਦ ਤੇਰਾ ਪੀਰ ਬੜਾ ਕਾਮਲ ਆ। ਵਾਕਈ ਮੇਰਾ ਪੀਰ ਬੜਾ ਕਾਮਲ ਸੀ। ਸੈयद ਮੁਹੰਮਦ ਮੰਦੂਰ ਆਸਫ ਤਾਹਿਰ ਬਾਦਸ਼ਾਹ ਜੀ ਚੁਰਾਹੀ, ਉਹਨਾਂ ਦੀਆਂ ਕਰਾਮਤਾਂ ਇਹਨੀਆਂ ਜ਼ਿੰਦਗੀ ਮੁੱਕ ਜਾਗੀ, ਉਹਨਾਂ ਦੀਆਂ ਕਰਾਮਤਾਂ ਨਹੀਂ ਮੁੱਕਣਗੀਆਂ। ਇਹ ਤੇ ਮੈਂ ਆਪਣੀ ਗੱਲ ਤੁਹਾਨੂੰ ਸੁਣਾਈ ਆ, ਮੇਰੇ ਬੀਤੀ ਹੋਈ ਗੱਲ ਕਿ ਉਹਨਾਂ ਨੇ ਫਰਮਾਇਆ ਸੀ ਜਾ ਸਈਦ ਪਰਚੇ ਸਾਡੇ ਵਾਸਤੇ ਰੱਖੇ ਆ, ਤੇ ਦੂਸਰੇ ਦਿਨ ਅਸੀਂ ਬਰੀ ਹੋ ਕੇ ਘਰ ਆ ਗਏ। ਵੀਡੀਓ अच्छी लगे इन्हें कमेंट करो और चैनल सब्सक्राइब करना ना भूलना।